ਸਤਿ ਸ਼੍ਰੀ ਅਕਾਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਦੀਪ ਸਵਾਗਤ ਕਰਦੀ ਹਾਂ। ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਪਾ ਲੈਂਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਭਲਕੇ ਤੋਂ ਸ਼ੁਰੂ ਹੋਵੇਗਾ ਪੰਜਾਬ ਦਾ ਬਜਟ ਸੈਸ਼ਨ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ। ਗਾਇਕ ਸਰਦੂਲ ਸਿਕੰਦਰ ਸਮੇਤ ਜਾਨ ਗਵਾ ਚੁੱਕੇ ਕਿਸਾਨਾਂ ਦੇ ਲਈ ਰੱਖਿਆ ਜਾਵੇਗਾ ਮੌਨ। 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ। ਫਲੌਰ ਦੇ ਪਿੰਡ ਨੰਗਲ ਦੇ ਵਿੱਚ ਦੋ ਵਿਰੋਧੀ ਧਿਰਾਂ ਵਿੱਚ ਹੋਈ ਜੰਮ ਕੇ ਝੜਪ। ਸਰਪੰਚ ਦੀ ਕੀਤੀ ਗਈ ਕੁੱਟਮਾਰ। ਕਾਰਵਾਈ ਦੀ ਮੰਗ ਨੂੰ ਲੈ ਕੇ ਸਰਪੰਚ ਨੇ ਪਰਿਵਾਰ ਸਣੇ ਲਾਇਆ ਸੜਕ ਤੇ ਧਰਨਾ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਕਰਵਾਇਆ ਸ਼ਾਂਤ। ਪਰਚਾ ਕੀਤਾ ਦਰਜ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ। ਸਿੰਘੂ ਬਾਰਡਰ ਤੇ ਬੈਠਕ ਕਰਕੇ ਬਣਾਉਣਗੇ ਅਗਲੀ ਰਣਨੀਤੀ। ਅੰਦੋਲਨ ਦੀ ਅਗਲੀ ਰੂਪਰੇਖਾ ਕੀਤੀ ਜਾਵੇਗੀ ਤੈਅ। ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ਵਾਸੀਆਂ ਦੇ ਨਾਲ ਕਰਨਗੇ ਮਨ ਕੀ ਬਾਤ। ਕੋਰੋਨਾ ਵਾਇਰਸ ਨੂੰ ਲੈ ਕੇ ਕਰ ਸਕਦੇ ਨੇ ਕੋਈ ਅਹਿਮ ਐਲਾਨ। ਕਿਸਾਨੀ ਅੰਦੋਲਨ ਤੇ ਵੀ ਕਰ ਸਕਦੇ ਨੇ ਸੰਬੋਧਨ। 11 ਵਜੇ ਰੇਡੀਓ ਦੇ ਜ਼ਰੀਏ ਹੋਣਗੇ ਦੇਸ਼ਵਾਸੀਆਂ ਦੇ ਰੂਬਰੂ। ਸ਼ਹੀਦ ਸੂਬੇਦਾਰ ਪਰਵਿੰਦਰ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ। ਰਾਜ ਸਨਮਾਨਾਂ ਦੇ ਨਾਲ ਜਗਰਾਉਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ। ਲੱਦਾਖ ਦੇ ਵਿੱਚ ਡਿਊਟੀ ਦੌਰਾਨ ਹੋਇਆ ਸੀ ਸ਼ਹੀਦ। ਮੁੱਖ ਮੰਤਰੀ ਕੈਪਟਨ ਨੇ ਪੀੜਿਤ ਪਰਿਵਾਰ ਦੇ ਨਾਲ ਦੁੱਖ ਕੀਤਾ ਸਾਂਝਾ। 50 ਲੱਖ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ। ਤੇ ਹੁਣ ਬੁਲੇਟਿਨ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੋਣ ਵਾਲੀ ਅਹਿਮ ਮੀਟਿੰਗ ਦੀ। ਸਿੰਘੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਤੈਅ ਕਰਨ ਦੇ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅਹਿਮ ਬੈਠਕ ਕੀਤੀ ਜਾਵੇਗੀ, ਜਿਸ ਦੇ ਵਿੱਚ ਅੰਦੋਲਨ ਨੂੰ ਲੈ ਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਵੱਖ-ਵੱਖ ਤਰੀਕਿਆਂ ਦੇ ਨਾਲ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਕਿਸਾਨ ਡਟੇ ਹੋਏ ਨੇ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਸਿੰਘੂ ਬਾਰਡਰ ਤੇ ਹੋਣ ਵਾਲੀ ਹੈ, ਜਿਸ ਦੇ ਵਿੱਚ ਅੰਦੋਲਨ ਨੂੰ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸ ਤਰ੍ਹਾਂ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਵੇਗਾ, ਆਪਣੀਆਂ ਮੰਗਾਂ ਨੂੰ ਸਰਕਾਰ ਦੇ ਅੱਗੇ ਹੋਰ ਕਿਸ ਤਰ੍ਹਾਂ ਰੱਖਿਆ ਜਾਵੇਗਾ। ਇਸ ਨੂੰ ਲੈ ਕੇ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਇਹ ਅਹਿਮ ਬੈਠਕ ਹੈ ਜੋ ਸਿੰਘੂ ਬਾਰਡਰ ਤੇ ਕੀਤੀ ਜਾਣੀ ਹੈ। ਤੇ ਉਧਰ ਦੂਜੇ ਪਾਸੇ ਕਰਨਾਲ ਜੇਲ੍ਹ ਤੋਂ ਰਿਹਾ ਹੋਈ ਨੌਦੀਪ ਕੌਰ ਮੀਡੀਆ ਦੇ ਰੂਬਰੂ ਹੋਈ ਹੈ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਵਰਗ ਦਾ ਇਹ ਅੰਦੋਲਨ ਹੈ ਤੇ ਹਰ ਵਰਗ ਇਸ ਦੇ ਵਿੱਚ ਯੋਗਦਾਨ ਪਾ ਰਿਹਾ ਹੈ। ਕਿਸਾਨ ਸਿਰਫ ਆਪਣੇ ਹੱਕਾਂ ਦੇ ਲਈ ਨਹੀਂ ਲੜ ਰਹੇ, ਬਲਕਿ ਉਹ ਸਾਰੇ ਵਰਗਾਂ ਦੇ ਹੱਕਾਂ ਦੇ ਲਈ ਲੜ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਿਨਾਂ ਕਾਨੂੰਨ ਵਾਪਸੀ ਤੋਂ ਕੁਝ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਇਸੇ ਤਰ੍ਹਾਂ ਆਪਣੀ ਲੜਾਈ ਨੂੰ ਜਾਰੀ ਰੱਖੇਗੀ। क्योंकि आप देख सकते हो कि मेरे पे इतनी धाराएं लगाई हुई थी, 307 लगा दिया, जबरन वसूली लगा दिया, पुलिस वालों से हाथापाई लगा दी कि हथियार छीन ले गए, ऐसी ऐसी धाराएं लगा दी। आप बताइए कि ये जो हम लोग मांग कर रहे थे, हम लोग जब मजदूरों की मांगे रख रहे थे कि जो मजदूरों ने लॉकडाउन में अपना काम किया है उसके पैसे दिलाना कोई गलत काम नहीं है। जो मजदूरों ने काम किया है उनको पैसे दिलाने की जस्ट मांग रख रहे थे। हम लोग शांतमय तरीके से धरना रख रहे होते हैं, लेकिन इसको इतना बढ़ा चढ़ाकर दिखाया जाता है पुलिस की तरफ से कि एक लड़की ही सबको मार रही है। एक लड़की ने इतना कुछ किया कि भाई पुलिस वालों को मार भी दिया, जबरन वसूली भी कर ली और हथियार भी छीन लिए। आप ये भी जानते हो कि एक लड़की
मैं यहाँ पे ऐसा नहीं है जिन लोगों ने ये बोला है कि किसान आंदोलन में आते ही इन लोगों ने संगठन बना लिया, तो उन लोगों को ये बताना चाहती हूँ, जब मैं यहाँ पे आई थी तो 3 महीने पहले मैं यहाँ पे किसान आंदोलन से पहले 3 महीने से पहले मैं यहाँ पे एक कंपनी में फेम कंपनी में काम कर रही थी। तो हम लोगों ने मैंने आके एक मजदूर संगठन ज्वाइन किया जो 3 साल से यहाँ पे काम कर रहा था, जिसने लॉकडाउन में भी मजदूरों को पैसे दिलाए, पुल की मांग रखी, लगातार मजदूरों के साथ खड़ा होता रहा है। लेकिन वो मजदूर संगठन, इतनी हिम्मत उसमें नहीं थी, इतनी संख्या नहीं थी कि वो ऐसे आंदोलन करके अपनी मांग को ऐसे बढ़ा पाए, अपनी मांग को रख पाए। लेकिन जब किसान अपना सिंधु बॉर्डर पे अपनी मांगे लेकर आते हैं और मजदूर उनको देखते हैं, तो मजदूरों में भी एक जज्बा आया, एक जोश आया कि हम भी अपनी मांग रख सकते हैं। तो उसी तरीके से सारे मजदूर इकट्ठा होके हम लोग अभी तक ये डिमांड ही रखे थे। हरियाणा सरकार ने तय किया है कि 8 घंटे की 9,319 रुपए देना चाहिए, हमने अभी तक वो भी नहीं बोला था। आप जानते हो कि यहाँ पे 8-8 घंटे नहीं 12-12 घंटे काम करवा के 7-8 हज़ार पे काम करवाया जाता है और महिलाओं का उससे भी ज़्यादा शोषण होता है। लेकिन हम लोगों ने जैसे इतनी मांग रखी थी कि जो लॉकडाउन के पहले से मजदूरों ने काम किया है, कम से कम वो तो पैसे दे दो। ਤੇ ਉਧਰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਨੌਦੀਪ ਕੌਰ ਦੇ ਵੱਲੋਂ ਸਾਡੇ ਸਹਿਯੋਗੀ ਪੱਤਰਕਾਰ ਗੌਰਵ ਰਾਣਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ। ਬਿਲਕੁਲ ਤੁਸੀਂ 24 ਘੰਟੇ ਦੇ ਪਹਿਲਾਂ ਵਾਪਸ ਸਿੰਘੂ ਬਾਰਡਰ ਆ ਗਏ ਹੋ, ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ 24 ਘੰਟੇ ਦੇ ਵਿੱਚ ਇੱਥੇ ਆ ਕੇ? ਇੱਕ ਤੁਹਾਡਾ ਸੰਘਰਸ਼ ਹੈ ਪੂੰਜੀਪਤੀਆਂ ਦੇ ਖਿਲਾਫ, ਦੂਜੇ ਪਾਸੇ ਕਿਸਾਨਾਂ ਦਾ ਹੈ ਜੋ ਹੈ ਉਹ ਵੀ ਕਾਰਪੋਰੇਟ ਘਰਾਣੇ ਦੇ, ਇਸ ਨੂੰ ਲੈ ਕੇ ਕੀ ਮੈਸੇਜ ਹੈ? देखिए ਜਿਹੜੇ ਮਜ਼ਦੂਰ ਨੇ ਉਹ ਵੀ ਪੂੰਜੀਪਤੀਆਂ ਦੇ ਖਿਲਾਫ ਲੜ ਰਹੇ ਨੇ, ਕਿਉਂਕਿ ਪੂੰਜੀਪਤੀ ਅੱਜ ਉਹਨਾਂ ਨੂੰ ਲੁੱਟ ਰਹੇ ਨੇ। ਜਿਹੜੀਆਂ ਕਿੰਨੀਆਂ ਹੀ ਕੰਪਨੀਆਂ ਨੇ, ਇਹ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ, ਬਹੁਤ ਘੱਟ ਕੰਪਨੀਆਂ ਜਿਹੜੀਆਂ ਸਰਕਾਰੀ ਕੰਪਨੀਆਂ ਨੇ। ਕਿਸਾਨਾਂ ਦੀ ਲੜਾਈ ਵੀ ਵੱਡੇ ਵੱਡੇ ਘਰਾਣਿਆਂ ਦੇ ਨਾਲ ਆ, ਪੂੰਜੀਪਤੀ ਘਰਾਣਿਆਂ ਦੇ ਨਾਲ ਆ, ਮਜ਼ਦੂਰਾਂ ਦੀ ਲੜਾਈ ਵੀ ਉਹਨਾਂ ਦੇ ਨਾਲ ਹੀ ਹੈ। ਤੇ ਜਿਹੜੇ ਕਿਸਾਨ ਮਜ਼ਦੂਰ ਆ ਉਹ ਇੱਥੇ ਆਪਣੀ ਲੜਾਈ ਜਿਹੜੀ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਲੜ ਰਹੇ ਆ, ਤੇ ਅਸੀਂ ਵੀ ਇਹ ਲੜ ਰਹੇ ਹਾਂ। ਤੇ ਮੈਂ ਇਹ ਨਹੀਂ ਹੈਗਾ ਵੀ ਮੈਂ ਅੱਜ ਸਿੰਧੂ ਬਾਰਡਰ ਆਈ ਤੇ ਮੈਂ ਚਲੀ ਜਾਊਂਗੀ। ਪਹਿਲਾਂ ਹੀ ਮੈਂ ਸਿੰਧੂ ਬਾਰਡਰ ਜਦੋਂ ਦੇ ਇਹ ਸ਼ੁਰੂ ਹੋਇਆ ਸੀ ਅੰਦੋਲਨ, ਉਦੋਂ ਵੀ ਮੈਂ ਸੀ, ਤੇ ਇਸ ਤੋਂ ਪਹਿਲਾਂ ਵੀ ਮੈਂ ਮਜ਼ਦੂਰਾਂ ਦੀ ਲੜਾਈ ਲੜ ਰਹੀ ਸੀ ਇਸ ਅੰਦੋਲਨ ਤੋਂ ਪਹਿਲਾਂ ਵੀ। ਤੇ ਆਉਣ ਵਾਲੇ ਟਾਈਮ ਤੇ ਤੁਹਾਡੇ ਨਾਲ 3 ਸਵਾਲ ਕਰਾਂਗੇ। ਇੱਕ ਤੁਸੀਂ ਦੱਸਿਆ ਮੰਚ ਤੋਂ ਕਿ ਮੇਰੇ ਨਾਲ ਕੁੱਟਮਾਰ ਹੋਈ, ਮੇਰੇ ਉੱਤੇ ਬੈਠ ਕੇ ਕੁੱਟਮਾਰ ਕੀਤੀ, ਲੇਡੀਜ਼ ਪੁਲਿਸ ਸੀ ਜਾਂ ਕਿਹੜੀ ਪੁਲਿਸ ਸੀ, ਉਹ ਕੀ ਵਕਤ ਤੁਹਾਡੇ ਨਾਲ ਬੀਤਿਆ, ਉਹ ਸਾਰੀ ਗੱਲ? ਦੇਖੀ ਜੀ, ਲੇਡੀਜ਼ ਪੁਲਿਸ ਨਾਲ ਨਹੀਂ ਸੀ। ਜਦੋਂ ਮੈਨੂੰ ਫੜਿਆ ਗਿਆ ਉਦੋਂ ਵੀ ਲੇਡੀਜ਼ ਪੁਲਿਸ ਨਹੀਂ ਸੀ, ਜੈਂਟਸ ਪੁਲਿਸ ਸੀਗੀ। ਮੈਨੂੰ ਜੈਂਟਸ ਵਿੱਚ 4 ਜਣਿਆਂ ਨੇ ਮੈਨੂੰ ਫੜਿਆ, ਬਹੁਤ ਬੁਰੇ ਤਰੀਕੇ ਦੇ ਨਾਲ ਮੈਨੂੰ ਕੁੱਟਦੇ ਹੋਏ ਲੈ ਕੇ ਗਏ, ਮੇਰੇ ਵਾਲਾਂ ਤੋਂ ਫੜ ਕੇ ਘਸੀਟਦੇ ਹੋਏ ਲੈ ਕੇ ਗਏ। ਫਿਰ ਇੱਕ ਸੁਨਸਾਨ ਰਾਸਤੇ ਤੇ ਖੜੇ ਕਰਕੇ ਮੈਨੂੰ ਕੁੱਟਿਆ ਗਿਆ। ਫਿਰ ਕੁੰਡਲੀ ਦੇ ਵਿੱਚ ਜਾ ਕੇ, ਕੁੰਡੀ ਦੇ ਇੱਕ ਥਾਣੇ ਦੇ ਵਿੱਚ ਜਾ ਕੇ ਮੈਨੂੰ ਵਾਲਾਂ ਤੋਂ ਫੜ ਕੇ ਘਸੀਟ ਕੇ ਮੇਰੀ ਜਾਤੀ ਦੀਆਂ ਗਾਲਾਂ ਦੇ ਦਿੰਦੇ ਹੋਏ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਦਲਿਤ ਕੁੜੀ ਹਾਂ, ਮੈਂ ਇੱਕ ਮਜ਼ਦੂਰ ਕੁੜੀ ਹਾਂ, ਜਾਤੀ ਦੀਆਂ ਗਾਲਾਂ ਦਿੰਦੇ ਹੋਏ ਮੈਨੂੰ ਉੱਥੇ ਕੁੱਟਿਆ ਗਿਆ। ਮਤਲਬ ਮੇਰੇ ਉੱਪਰ ਬੈਠ ਕੇ ਮੈਨੂੰ ਕੁੱਟਿਆ ਗਿਆ, ਪ੍ਰਾਈਵੇਟ ਪਾਰਟਸ ਤੇ ਮਾਰਿਆ ਗਿਆ, ਮਤਲਬ ਉਸ ਤਰੀਕੇ ਨਾਲ ਕੁੱਟਿਆ ਗਿਆ ਸੀਗਾ। ਤੇ ਮਤਲਬ ਇਹ ਹੈ ਕਿ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ। ਉਸ ਦੇ ਵਿੱਚ ਕੋਈ ਮਹਿਲਾ ਕਾਂਸਟੇਬਲ ਦਾ ਕੋਈ ਹੱਥ ਨਹੀਂ ਸੀ, ਜੈਂਟਸ ਪੁਲਿਸ ਮਾਰ ਰਹੀ ਸੀ। ਤੁਸੀਂ ਕਿਹਾ ਕਿ ਸਾਡੇ ਵੱਲੋਂ ਵੀ ਕੁੱਟਮਾਰ ਹੋਈ ਤੇ ਪੁਲਿਸ ਵੱਲੋਂ ਵੀ, ਤੇ ਤੁਹਾਡੀ ਕੰਪਲੇਂਟ ਜਾਂ ਤੁਹਾਡੇ ਜੋ ਯੂਨੀਅਨ ਦੀ ਕੋਈ ਕੰਪਲੇਂਟ ਪੁਲਿਸ ਦੇ ਖਿਲਾਫ ਗਈ ਹੈ, ਉਸ ਕੋਈ ਵਿਸ਼ੇ ਤੇ ਕੋਈ ਜਾਣਕਾਰੀ? ਦੇਖੋ ਜੀ, ਮੈਂ ਵਾਰ-ਵਾਰ ਇਹੀ ਕਹਿ ਰਹੀ ਹਾਂ ਕਿ ਅਸੀਂ 12 ਤਰੀਕ ਤੋਂ ਪਹਿਲਾਂ ਵੀ ਅਸੀਂ ਕਹਿ ਰਹੇ ਸੀ ਕਿ ਸਾਡੀ FIR ਤਾਂ ਦਰਜ ਕੀਤੀ ਜਾਵੇ। ਸਾਡੇ ਤੇ ਗੋਲੀ ਚਲਾਈ ਗਈ, ਉਹਦੀ FIR ਦਰਜ ਨਹੀਂ ਕੀਤੀ ਗਈ। ਅਸੀਂ ਪੈਸੇ ਦੀ ਮੰਗ ਕਰ ਰਹੇ, ਜਿਹੜੇ ਅਸੀਂ ਕੰਮ ਕੀਤਾ, ਅਸੀਂ ਵੇਤਨ ਦੀ ਮੰਗ ਕਰ ਰਹੇ ਸੀ, ਕੰਮ ਕੀਤਾ, ਉਹਦੀ FIR ਦਰਜ ਕੀਤੀ ਵੀ ਸਾਨੂੰ ਕੰਮ ਤੋਂ ਸਾਨੂੰ ਕੁਝ ਦਿਵਾਇਆ ਤਾਂ ਜਾਵੇ। ਪਰ ਕੋਈ FIR ਦਰਜ ਨਹੀਂ ਹੋ ਰਹੀ। ਗੋਲੀ ਚਲਾਉਣ ਤੋਂ ਬਾਅਦ ਵੀ FIR ਦਰਜ ਨਹੀਂ, ਉਸ ਦਿਨ ਵੀ FIR ਦਰਜ ਨਹੀਂ। ਅਸੀਂ ਕਿਹਦੇ ਕੋਲ ਜਾਈਏ, ਤੁਸੀਂ ਦੱਸੋ ਜੀ। ਲਾਸਟ ਸਵਾਲ ਜੀ, ਤੁਸੀਂ ਹੁਣ ਬਾਹਰ ਆ ਗਏ ਹੋ ਜੇਲ੍ਹ ਤੋਂ, ਤੁਹਾਡੀ ਵੇਲ ਹੋਈ ਹੈ, ਤੁਸੀਂ ਹੁਣ ਘਰ ਰਹਿਣਾ ਪਸੰਦ ਕਰੋ ਜਾਂ ਇਹਨਾਂ ਬਾਰਡਰਸ ਤੇ ਕਿਸਾਨਾਂ ਦਾ ਸਾਥ? ਦੇਖੇ ਜੀ, ਮੈਂ ਜੇ ਘਰ ਹੀ ਰਹਿਣਾ ਹੁੰਦਾ ਤਾਂ ਪਹਿਲਾਂ ਹੀ ਰਹਿ ਲੈਂਦੀ, ਕਿਉਂਕਿ ਮੈਨੂੰ ਪਤਾ ਹੈ ਜੀ ਮੇਰੇ ਤੇ ਮਤਲਬ ਕਦੋਂ ਦੀ ਬਹੁਤ ਲੜਾਈਆਂ ਵੜਾਈਆਂ ਹੋ ਹੀ ਜਾਂਦੀਆਂ ਜੀ। ਇੱਥੇ ਤੱਕ ਕੁੰਡਲੀ ਦੇ ਜਿੰਨੇ ਵੀ ਗੁੰਡਿਆਂ ਨੇ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਲਗਾਤਾਰ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਦੋਂ ਅਸੀਂ ਉਦੋਂ ਨਹੀਂ ਡਰੇ। ਤੇ ਅੱਜ ਸਾਡੇ ਨਾਲ ਇੰਨੀ ਜਨਤਾ ਖੜੀ ਆ, ਅੱਜ ਸਾਡੇ ਨਾਲ ਇੰਨੇ ਕਿਸਾਨ ਮਜ਼ਦੂਰ, ਸਗੋਂ ਦੀ ਬਾਹਰ ਤੋਂ ਵੀ ਆਵਾਜ਼ ਆ ਰਹੀ ਹੈ, ਹੁਣ ਮੈਂ ਘਰੇ ਜਾ ਕੇ ਕਿਵੇਂ ਬੈਠ ਸਕਦੀ ਹਾਂ? ਤੇ ਮੈਂ ਅੱਗੇ ਵੀ ਜਾ ਕੇ ਜਿੰਨਾ ਟਾਈਮ ਇਹ ਕਿਸਾਨ ਅੰਦੋਲਨ ਰਹੂਗਾ, ਜਿੰਨਾ ਟਾਈਮ ਮਜ਼ਦੂਰਾਂ ਦੇ ਨਾਲ ਐਵੇਂ ਧੱਕਾ ਹੁੰਦਾ ਰਹੂਗਾ, ਮੈਂ ਵੀ ਖੜੀ ਰਹੂੰਗੀ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੇਰੀ ਪੂਰੀ ਲਾਈਫ ਮੈਂ ਕਿਸਾਨਾਂ ਮਜ਼ਦੂਰਾਂ ਲਈ ਬਿਤਾਉਣਾ ਚਾਹੁੰਦੀ ਹਾਂ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਨਵਦੀਪ ਦੇ ਤੁਸੀਂ ਸੁਣਿਆ ਜੋ ਹਾਲਾਤ ਸੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਕੀ ਬੀਤਿਆ, ਕੀ ਹੋਇਆ। ਕੁੰਡਲੀ ਬਾਰਡਰ ਦਿੱਲੀ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਗੌਰਵ ਰਾਣਾ ਦੀ ਰਿਪੋਰਟ। ਤੇ ਉਧਰ ਖੇਤੀ ਅੰਦੋਲਨ ਦੇ ਦੌਰਾਨ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਕਿਸਾਨਾਂ ਦੀ ਜ਼ਮਾਨਤ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਹੋਰ ਕਿਸਾਨਾਂ ਨੂੰ ਜ਼ਮਾਨਤ ਤੇ ਰਿਹਾ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕਈ ਕਿਸਾਨਾਂ ਦੀ ਜ਼ਮਾਨਤ ਭਰ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਦਿਵਾਈ ਗਈ ਹੈ ਤੇ ਹਲੇ ਹੋਰ ਕਿਸਾਨਾਂ ਦੀਆਂ ਜ਼ਮਾਨਤਾਂ ਹੋਣੀਆਂ ਬਾਕੀ ਨੇ। ਤੇ ਇਸ ਪੂਰੀ ਮਾਮਲੇ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦਿੱਤੀ ਗਈ ਹੈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਯਤਨਾਂ ਦੇ ਸਦਕੇ ਨਿਰੰਤਰ ਜਿਹੜੀਆਂ ਜਿੱਤ ਹਾਸਲ ਹੋ ਰਹੀਆਂ ਕਿਸਾਨ ਅੰਦੋਲਨ ਦੇ ਅੰਦਰ, ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਅੱਜ 5 ਐਂਟੀਸਪੇਟਰੀ ਬੇਲਾਂ ਹੋਈਆਂ, ਜਿਹਦੇ ਅੰਦਰ ਪ੍ਰਿਤਪਾਲ ਸਿੰਘ ਜੀ, ਮੇਜਰ ਸਿੰਘ ਜੀ, ਮੌਂਟੀ ਸਿੰਘ ਜੀ, ਜਤਿੰਦਰ ਸਿੰਘ ਜੀ ਤੇ ਗੁਰਨਾਮ ਸਿੰਘ ਜੀ। 4 ਲੋਕ ਜਿਹੜੇ 5 ਲੋਕ ਜੇਲ੍ਹਾਂ 'ਚ ਬੰਦ ਸੀ, ਉਹਨਾਂ ਦੀ ਜ਼ਮਾਨਤ ਹੋਈ। ਸਰਦਾਰ ਗੁਰਜੀਤ ਸਿੰਘ ਜੀ ਦਿੱਲੀ ਤੋਂ, ਸਰਦਾਰ ਗੁਰਦੀਪ ਸਿੰਘ ਜੀ ਲੁਧਿਆਣੇ ਤੋਂ, ਸਰਦਾਰ ਮਨਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ ਅਤੇ ਸਰਦਾਰ ਜਸਕਰਨ ਸਿੰਘ ਜੀ ਬਠਿੰਡੇ ਤੋਂ। ਇਹਨਾਂ ਲੋਕਾਂ ਦੀਆਂ ਅੱਜ ਜਿਹੜੇ ਕਿ 26 ਜਨਵਰੀ ਨੂੰ ਲੈ ਕੇ ਕੇਸਾਂ 'ਚ ਅਰੈਸਟ ਕੀਤੇ ਸੀ, ਤਿਹਾੜ ਜੇਲ੍ਹ ਸੀਗੇ, ਇਹਨਾਂ ਦੀ ਅੱਜ ਜ਼ਮਾਨਤ ਮਨਜ਼ੂਰ ਹੋਈ। ਨਾਲ ਹੀ ਅੱਜ 9 ਲੋਕ ਹੁਣੇ ਤਿਹਾੜ ਜੇਲ੍ਹ ਤੋਂ ਰਿਹਾ ਹੋਣਗੇ, ਜਿਸ ਸਰਦਾਰ ਸਤਨਾਮ ਸਿੰਘ ਜੀ ਸੰਗਰੂਰ ਤੋਂ, ਸਰਦਾਰ ਗੁਰਮੇਸ਼ ਸਿੰਘ ਜੀ ਸੰਗਰੂਰ ਤੋਂ, ਸਰਦਾਰ ਗੁਰਜੰਟ ਸਿੰਘ ਜੀ ਗੁਰਦਾਸਪੁਰ ਤੋਂ, ਸਰਦਾਰ ਇਕਬਾਲ ਸਿੰਘ ਜੀ ਲੁਧਿਆਣਾ ਤੋਂ, ਸਰਦਾਰ ਗੁਰਪ੍ਰੀਤ ਸਿੰਘ ਜੀ ਗੁਰਦਾਸਪੁਰ ਤੋਂ, ਸਰਦਾਰ ਰੁਪਿੰਦਰ ਸਿੰਘ ਜੀ ਮਾਨਸਾ ਤੋਂ, ਸਰਦਾਰ ਜਗਪਾਲ ਸਿੰਘ ਜੀ ਪੋਹਾ ਤੋਂ, ਸਰਦਾਰ ਕੁਲਵਿੰਦਰ ਸਿੰਘ ਜੀ ਸੰਗਰੂਰ ਤੋਂ ਅਤੇ ਸਰਦਾਰ ਹਰਵਿੰਦਰ ਸਿੰਘ ਜੀ ਪਟਿਆਲੇ ਤੋਂ। ਇਹ ਸਾਰੇ ਵੀ ਅੱਜ ਰਾਤ ਨੂੰ ਮੇਰੇ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਅੱਜ ਤਿਹਾੜ ਜੇਲ੍ਹ ਤੋਂ ਰਿਹਾ ਹੋਣਗੇ। ਨਿਰੰਤਰ ਇਸੇ ਤਰ੍ਹਾਂ ਇਹ ਲੜਾਈ ਜਾਰੀ ਆ ਔਰ ਮੰਡੇ ਨੂੰ ਵੀ ਜ਼ਮਾਨਤਾਂ ਲੱਗੀਆਂ ਹੋਈਆਂ ਨੇ। ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਮੈਂ ਜਾਣ ਕੇ ਦੇਣਾ ਚਾਹੁੰਦਾ, ਜਿਹੜੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚਿਆਂ ਦੀਆਂ ਅਜੇ ਜ਼ਮਾਨਤਾਂ ਨਹੀਂ ਹੋਈਆਂ, ਵੀਰਾਂ ਦੀਆਂ ਨਹੀਂ ਹੋਈਆਂ, ਉਹਨਾਂ ਦੀਆਂ ਸੋਮਵਾਰ ਔਰ ਮੰਗਲਵਾਰ, ਲਗਭਗ ਮੰਗਲਵਾਰ ਤੱਕ ਸਾਰੀਆਂ ਅਸੀਂ ਜ਼ਮਾਨਤਾਂ ਕਰਾਉਣ 'ਚ ਕਾਮਯਾਬ ਹੋ। ਖਬਰ ਆ ਰਹੀ ਹੈ ਫਲੋਰ ਦੇ ਪਿੰਡ ਨੰਗਲ ਤੋਂ, ਜਿੱਥੇ 2 ਵਿਰੋਧੀ ਧਿਰਾਂ ਦੇ ਵਿਚਕਾਰ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇਸ ਦੌਰਾਨ ਸਰਪੰਚ ਦੀ ਕੁੱਟਮਾਰ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਸਰਪੰਚ ਨੇ ਆਪਣੇ ਪਰਿਵਾਰ ਸਣੇ ਧਰਨਾ ਲਗਾਇਆ ਹੈ ਤੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਫਲੋਰ ਦੇ ਪਿੰਡ ਨੰਗਲ ਦੀ ਇਹ ਖਬਰ ਹੈ, ਜਿੱਥੇ 2 ਵਿਰੋਧੀ ਧਿਰਾਂ ਦੇ ਵਿੱਚ ਜੰਮ ਕੇ ਝੜਪ ਹੋਈ ਹੈ ਅਤੇ ਇਸ ਦੌਰਾਨ ਸਰਪੰਚ ਦੀ ਕੁੱਟਮਾਰ ਕੀਤੀ ਗਈ ਹੈ ਤੇ ਹੁਣ ਕਾਰਵਾਈ ਦੀ ਮੰਗ ਨੂੰ ਲੈ ਕੇ ਸਰਪੰਚ ਨੇ ਆਪਣੇ ਪਰਿਵਾਰ ਸਣੇ ਸੜਕ ਤੇ ਧਰਨਾ ਲਗਾਇਆ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜ਼ਖਮੀ ਸਰਪੰਚ ਸੜਕ ਤੇ ਧਰਨਾ ਲਗਾ ਕੇ ਬੈਠੇ ਨੇ ਤੇ ਅਧਿਕਾਰੀਆਂ ਦੇ ਵੱਲੋਂ, ਪ੍ਰਸ਼ਾਸਨਿਕ ਅਧਿਕਾਰੀ ਤੇ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਸਰਪੰਚ ਨੇ ਆਪਣੇ ਪਰਿਵਾਰ ਸਣੇ ਕੁੱਲ 4 ਘੰਟੇ ਤੱਕ ਸੜਕ ਤੇ ਧਰਨਾ ਲਗਾਇਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਫਲੋਰ ਦੇ ਪਿੰਡ ਨੰਗਲ ਦੇ ਵਿੱਚ 2 ਧਿਰਾਂ ਦੇ ਵਿਚਕਾਰ ਜੰਮ ਕੇ ਝੜਪ ਹੋਈ ਹੈ। ਸਾਡੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਪੱਤਰਕਾਰ ਨਰੇਸ਼ ਸ਼ਰਮਾ ਫਲੋਰ ਤੋਂ। ਜੀ ਨਰੇਸ਼, ਕੀ ਹੈ ਪੂਰਾ ਮਾਮਲਾ? ਇਹ ਫਲੋਰ ਦੇ ਨਾਲ ਪਿੰਡ ਨੰਗਲ ਦਾ ਮਾਮਲਾ, ਜਿੱਥੇ ਕੱਲ ਗੁਰੂ ਰਾਮ ਮਹਾਰਾਜ ਜੀ ਦਾ ਪ੍ਰਗਟ ਨੂੰ ਲੈ ਕੇ ਲੰਗਰ ਚੱਲ ਰਿਹਾ ਸੀ ਤੇ ਪਿੰਡ ਦੇ ਨੰਗਲ ਦੇ ਸਰਪੰਚ ਜਿਹੜੇ ਜਗਤਾਰ ਜੀ ਉੱਥੇ ਲੰਗਰ ਖਾਣ ਗਏ ਸੀਗੇ ਆਪਣੇ ਪਰਿਵਾਰ ਦੇ ਨਾਲ। ਜਦੋਂ ਲੰਗਰ ਖਾ ਕੇ ਪਹਿਲਾਂ ਫ੍ਰੀ ਹੋ ਗਏ ਤਾਂ ਉਹ ਬਾਹਰ ਆ ਕੇ ਗੇਟ ਤੇ ਖੜ ਗਏ ਤੇ ਉੱਥੇ ਖੜੇ ਕੁਝ ਲੜਕਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚੱਲ ਜਾਓ, ਕਿਉਂਕਿ ਇਹਨਾਂ ਦੀ ਪੁਰਾਣੀ ਆਪਸੀ ਰੰਜਿਸ਼ ਚੱਲੀ ਆ ਰਹੀ ਹੈ। ਜਿਹਦੇ ਕਰਕੇ ਉਹ ਕਹਿੰਦੇ ਕਿ ਮੇਰਾ ਪਰਿਵਾਰ ਅੰਦਰ ਬੈਠਾ, ਮੈਂ ਉਹਨਾਂ ਦੀ ਇੰਤਜ਼ਾਰ ਕਰ ਰਿਹਾ। ਜੋ ਉਹਨਾਂ ਨੇ ਦੱਸਿਆ, ਉਸ ਤੋਂ ਬਾਅਦ ਜਦੋਂ ਇਹਨਾਂ ਦੇ ਵਿੱਚ ਗਰਮਾ ਗਰਮੀ ਹੋ ਗਈ ਤੇ ਲੜਾਈ ਝਗੜੀ ਹੋ ਗਈ ਤੇ ਇਹਨਾਂ ਨੂੰ ਕੁੱਟਮਾਰ ਹੋ ਗਈ, ਜਿਸ ਤੋਂ ਬਾਅਦ ਸਰਪੰਚ ਜਿਹੜੇ ਜਗਤਾਰ ਜੀ ਨੇ ਫਲੋਰ ਤਲਵਣ ਰੋਡ ਦੇ ਉੱਪਰ ਆ ਕੇ ਲੰਮੇ ਪੈ ਗਏ, ਜਿਨ੍ਹਾਂ ਨੂੰ ਉਹਦੇ ਜਿਹੜੇ ਸਮਰਥਕ ਸੀ ਉਹ ਵੀ ਭਾਰੀ ਗਿਣਤੀ 'ਚ ਉੱਥੇ ਆ ਕੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਕਰ ਦਿੱਤਾ। ਲਗਭਗ 4 ਘੰਟੇ ਤੱਕ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਇਹ ਜਿਹੜੇ SHO ਫਲੋਰ ਸੰਜੀਵ ਜੀ ਤੇ ਉਹ DSP D ਜਲੰਧਰ ਤੋਂ ਸਰਦਾਰ ਸੁਰਿੰਦਰਪਾਲ ਸਿੰਘ ਜੀ ਪਹੁੰਚੇ, ਜਿਨ੍ਹਾਂ ਨੇ ਇਹਨਾਂ ਨੂੰ ਸਮਝਾ ਬੁਝਾ ਕੇ ਇਹਨਾਂ ਦਾ ਮੈਡੀਕਲ ਕਰਾਇਆ। ਮੈਡੀਕਲ ਕਰਾਉਣ ਤੋਂ ਬਾਅਦ ਕੀ ਕਾਨੂੰਨੀ ਕਾਰਵਾਈ ਹੈ, ਕਿਉਂਕਿ ਰਾਤ ਬਹੁਤ ਹੋ ਚੁੱਕੀ ਸੀ, ਅਜੇ ਤੱਕ ਪਤਾ ਨਹੀਂ ਲੱਗਾ ਕਿ ਕਿਹੜੀਆਂ ਧਾਰਾਂ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਕਰਵਾਇਆ। ਜੀ ਸ਼ੁਕਰੀਆ ਨਰੇਸ਼ ਪੂਰੀ ਜਾਣਕਾਰੀ ਦੇ ਲਈ। ਸੋ ਤੁਹਾਨੂੰ ਦੱਸ ਦਈਏ ਕਿ ਨਿੱਜੀ ਰੰਜਿਸ਼ ਨੂੰ ਲੈ ਕੇ ਇਹ ਸਰਪੰਚ ਤੇ ਹਮਲਾ ਕੀਤਾ ਗਿਆ, ਉਸ ਦੀ ਕੁੱਟਮਾਰ ਕੀਤੀ ਗਈ ਹੈ ਫਲੋਰ ਦੇ ਪਿੰਡ ਨੰਗਲ ਤੋਂ, ਜਿੱਥੇ 2 ਧਿਰਾਂ ਦੀ ਵਿਚਕਾਰ ਪਹਿਲਾਂ ਝੜਪ ਹੁੰਦੀ ਹੈ, ਉਸ ਤੋਂ ਬਾਅਦ ਸਰਪੰਚ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਨਸਾਫ ਦੇ ਲਈ ਸਰਪੰਚ ਵੱਲੋਂ ਆਪਣੇ ਪਰਿਵਾਰ ਸਣੇ ਕੁੱਲ 4 ਘੰਟੇ ਹਾਈਵੇ ਤੇ ਧਰਨਾ ਲਗਾਇਆ ਗਿਆ, ਜਿਸ ਤੇ ਉੱਚ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਤੇ ਪਰਚਾ ਦਰਜ ਕੀਤਾ ਗਿਆ। ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਤੋਂ ਮਨ ਕੀ ਬਾਤ ਲੈ ਕੇ ਦੇਸ਼ ਵਾਸੀਆਂ ਦੇ ਨਾਲ ਰੂਬਰੂ ਹੋਣਗੇ ਅਤੇ ਇਸ ਮੌਕੇ ਤੇ ਉਹ ਕਈ ਅਹਿਮ ਐਲਾਨ ਕਰ ਸਕਦੇ ਨੇ, ਖਾਸ ਕਰਕੇ ਕੋਰੋਨਾ ਵਾਇਰਸ ਨੂੰ ਲੈ ਕੇ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੁਝ ਖਾਸ ਐਲਾਨ ਕੀਤਾ ਜਾ ਸਕਦਾ ਹੈ ਦੇਸ਼ ਵਾਸੀਆਂ ਦੇ ਲਈ। ਇਸ ਤੋਂ ਬਿਨਾਂ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਖਾਸ ਸੰਬੋਧਨ ਕਰ ਸਕਦੇ ਨੇ। ਸੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਦੇ ਜ਼ਰੀਏ, ਰੇਡੀਓ ਦੇ ਜ਼ਰੀਏ ਦੇਸ਼ ਵਾਸੀਆਂ ਦੇ ਨਾਲ ਉਹ ਰੂਬਰੂ ਹੋਣਗੇ।
ਤੇ ਉਧਰ ਜਗਰਾਉਂ ਦੇ ਸੂਬੇਦਾਰ ਪਰਵਿੰਦਰ ਸਿੰਘ ਜੋ ਕਿ ਲੇਹ ਦੇ ਵਿੱਚ ਆਪਣੀ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਸੀ, ਅੱਜ ਉਸਦੇ ਜੱਦੀ ਪਿੰਡ ਦੇ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੋ ਕਿ ਪੂਰੇ ਸਨਮਾਨਾਂ ਦੇ ਨਾਲ ਹੋਵੇਗਾ। ਉਧਰੇ ਹੀ ਦੂਜੇ ਪਾਸੇ ਸੂਬਾ ਸਰਕਾਰ ਦੇ ਵੱਲੋਂ ਵੀ ਇਸ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਵੱਡੀ ਗਿਣਤੀ ਦੇ ਵਿੱਚ ਲੋਕ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ। ਉਧਰ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ 50 ਲੱਖ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੇ ਰਹਿਣ ਵਾਲੇ ਸੂਬੇਦਾਰ ਪਰਵਿੰਦਰ ਸਿੰਘ ਦਾ ਲੇਹ ਦੇ ਵਿੱਚ ਉਹਨਾਂ ਦੀ ਡਿਊਟੀ ਦੌਰਾਨ ਉਹ ਸ਼ਹੀਦ ਹੋ ਗਏ ਨੇ। ਨੌਕਰੀ ਕਰ ਰਹੇ ਸੀ ਸਨ 97 ਤੋਂ ਦਸੰਬਰ 1997 ਤੋਂ ਭਰਤੀ ਹੋਏ ਸੀ ਫੌਜ 'ਚ ਤੇ ਨੌਕਰੀ ਕਰ ਰਹੇ ਸੀ ਆਪਣੇ ਦੇਸ਼ ਦੀ ਸੇਵਾ ਕਰ ਰਹੇ ਸੀ ਬਹੁਤ ਵਧੀਆ। ਤੇ ਕੱਲ ਨੌਕਰੀ ਦੌਰਾਨ ਕੋਈ ਐਕਸੀਡੈਂਟ ਉੱਥੇ ਪੈਰਪੁਰ ਫਿਸਲਣ ਕਾਰਨ ਉੱਥੇ ਡੈਥ ਹੋ ਗਈ ਆ। ਬਹੁਤ ਹੀ ਬੜਾ ਸ਼ਹੀਦ ਹੋ ਗਏ ਜੀ। ਹਾਂਜੀ ਸ਼ਹੀਦ ਹੋ ਗਿਆ ਜੀ ਉੱਥੇ ਦੇਸ਼ ਦੀ ਸੇਵਾ ਕਰਦੇ ਹੋਏ ਬਸ ਜੋ ਪਰਮਾਤਮਾ ਨੇ ਹੁਕਮ ਹੋਇਆ ਉਹਨਾਂ ਨੂੰ। ਤੇ ਪਿੱਛੇ ਕਿੰਨੇ ਬੱਚੇ ਕਿੰਨੇ ਤੇ? ਪਿੱਛੇ 2 ਬੱਚੇ ਉਹਨਾਂ ਦੇ ਵਾਈਫ ਆ ਜੀ ਨਾਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 22 ਪੰਜਾਬ ਰੈਜੀਮੈਂਟ ਦੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੰਟਰੋਲ ਰੇਖਾ ਨੇੜੇ ਬਟਾਲਿਕ ਸੈਕਟਰ ਲੇਹ ਦੇ ਵਿੱਚ ਉਚਾਈ ਵਾਲੇ ਖੇਤਰ ਵਿੱਚ ਡਿਊਟੀ ਦੇ ਦੌਰਾਨ ਪਰਵਿੰਦਰ ਸਿੰਘ ਦੀ ਜਾਨ ਚਲੀ ਗਈ। ਸ਼ਹੀਦ ਦੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ। ਸ਼ਹੀਦ ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ 28 ਫਰਵਰੀ ਨੂੰ ਉਹਨਾਂ ਦੇ ਜਗਰਾਉਂ ਵਿਖੇ ਜੱਦੀ ਪਿੰਡ ਦੇ ਵਿੱਚ ਪਹੁੰਚੇਗੀ ਅਤੇ ਇਸੇ ਦਿਨ ਉਹਨਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨੌਕਰੀ ਕਰ ਰਹੇ ਸੀ ਸਨ 97 ਤੋਂ ਦਸੰਬਰ 1997 ਤੋਂ ਭਰਤੀ ਹੋਏ ਸੀ ਫੌਜ 'ਚ ਤੇ ਨੌਕਰੀ ਕਰ ਰਹੇ ਸੀ ਆਪਣੇ ਦੇਸ਼ ਦੀ ਸੇਵਾ ਕਰ ਰਹੇ ਸੀ ਬਹੁਤ ਵਧੀਆ। ਤੇ ਕੱਲ ਨੌਕਰੀ ਦੌਰਾਨ ਕੋਈ ਐਕਸੀਡੈਂਟ ਉੱਥੇ ਪੈਰਪੁਰ ਫਿਸਲਣ ਕਾਰਨ ਉੱਥੇ ਡੈਥ ਹੋ ਗਈ ਆ। ਬਹੁਤ ਹੀ ਬੜਾ ਸ਼ਹੀਦ ਹੋ ਗਏ ਜੀ। ਹਾਂਜੀ ਸ਼ਹੀਦ ਹੋ ਗਿਆ ਜੀ ਉੱਥੇ ਦੇਸ਼ ਦੀ ਸੇਵਾ ਕਰਦੇ ਹੋਏ ਬਸ ਜੋ ਪਰਮਾਤਮਾ ਨੇ ਹੁਕਮ ਹੋਇਆ ਉਹਨਾਂ ਨੂੰ। ਤੇ ਪਿੱਛੇ ਕਿੰਨੇ ਬੱਚੇ ਕਿੰਨੇ ਤੇ? ਪਿੱਛੇ 2 ਬੱਚੇ ਉਹਨਾਂ ਦੇ ਵਾਈਫ ਆ ਜੀ ਨਾਲ। ਹਾਂਜੀ ਤੇ ਕਦੋਂ ਮੈਰਿਜ ਹੋਈ ਸੀ ਇਹਨਾਂ ਦੀ? ਮੈਰਿਜ ਹੋਈ ਹੈ ਜੀ ਇਹਨਾਂ ਦੀ 2005 ਚ 2006 ਚ ਹੋਈ ਹੈ ਜੀ। ਹਾਂਜੀ 2006 ਚ। ਜੀ ਜਿਨ੍ਹਾਂ ਦੀ ਡੈਥ ਹੋਈ ਪਰਵਿੰਦਰ ਸਿੰਘ ਮੇਰੇ ਭਾਜੀ ਹੈ ਜੀ, ਜੀਜਾ ਜੀ। 1997 ਦੇ ਵਿੱਚ ਇਹਨਾਂ ਨੇ ਨੌਕਰੀ ਜੁਆਇਨ ਕੀਤੀ ਸੀ ਜੀ ਤੇ ਕੱਲ 25 ਫਰਵਰੀ ਨੂੰ ਜੀ ਇਹਨਾਂ ਦਾ ਡਿਊਟੀ ਤੋਂ ਅਚਾਨਕ ਪੈਰ ਫਿਸਲਣ ਕਰਕੇ ਜੀ ਉੱਥੋਂ ਡੈਥ ਹੋ ਗਈ। ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਕਿ ਛੋਟੇ ਛੋਟੇ ਬੱਚੇ ਆ 2 ਜੀ ਪਿੱਛੇ। ਮੇਰੀ ਭੈਣ ਆ, ਘਰ ਦਾ ਹਾਲ ਬਹੁਤ ਮਾੜਾ ਜੀ। ਪ੍ਰਸ਼ਾਸਨ ਕੋਲੋਂ ਮੰਗ ਕਰਦੇ ਵੀ ਬਸ ਸਾਨੂੰ ਭੈਣ ਨੂੰ ਕੋਈ ਨੌਕਰੀ ਜਾਂ ਕੋਈ ਬੱਚਿਆਂ ਨੂੰ ਨੌਕਰੀ ਤੇ ਇਹਨਾਂ ਦੀ ਬੱਚਿਆਂ ਦੀ ਦੇਖਭਾਲ ਕੀਤੀ ਜਾਵੇ ਜੀ। ਸਾਡੇ ਨਾਲ ਬਹੁਤ ਦੁੱਖ ਦੀ ਘੜੀ 'ਚ ਖੜੇ ਆ ਜੀ। ਸ਼ਹੀਦ ਹੋਏ ਨੇ ਸਾਡੇ ਭਾਜੀ। ਤੇ ਉਧਰ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੰਗਤ ਮੰਡੀ ਦਾ ਦੌਰਾ ਕੀਤਾ ਗਿਆ। ਸੰਗਤ ਮੰਡੀ ਦੇ ਵਿੱਚ ਐਮਸੀ ਚੋਣਾਂ ਦੇ ਦੌਰਾਨ ਅਕਾਲੀ ਦਲ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਸੀ, ਜਿਸ ਨੂੰ ਲੈ ਕੇ ਸਾਬਕਾ ਮੰਤਰੀ ਦੇ ਵੱਲੋਂ ਸੰਗਤ ਮੰਡੀ ਪਹੁੰਚ ਕੇ ਲੋਕਾਂ ਦਾ ਧੰਨਵਾਦ ਜ਼ਾਹਿਰ ਕੀਤਾ ਗਿਆ। ਇਸ ਦੇ ਨਾਲ ਹੀ ਸੰਗਤ ਮੰਡੀ ਦੇ ਵਿਕਾਸ ਲਈ ਹਰਸਿਮਰਤ ਕੌਰ ਬਾਦਲ ਦੇ ਵੱਲੋਂ 31 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਇਸ ਦੇ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਤੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਲੋਕਾਂ ਦੇ ਵੱਲੋਂ ਐਮਸੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਸੰਗਤ ਮੰਡੀ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ 4 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਸੂਬੇ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਹੈ। जिस तरह झूठ मार के सरकार बनी सी, आज किसान दुखी है, आज व्यापारी दुखी है, आज गरीब दुखी है। बिजली दे बिल होन, सोशल जिहड़ी अपनी स्कीमां होंदियां ने वो सारी बंद होन, व्यापार जिवें ठप हो गया है। पंजाब दे आंकड़े तुसीं देखो गवर्नमेंट ऑफ इंडिया दे हर लेवल 'च पंजाब पिछले 4 सालां 'च जिवें थल्ले आया है, ये इतिहास 'च कदी इन्ना थल्ले नहीं आया है। ਤੇ ਲੋਕੀ ਹੁਣ ਅੱਗੇ ਨੇ ਇਹ ਬਦਲਾਵ ਚਾਹੁੰਦੇ, ਪੰਜਾਬ ਨੂੰ ਇੱਕ ਵਾਰ ਫੇਰ ਤਰੱਕੀ ਤੇ ਬਰਕਤ ਵੱਲ ਲੈ ਕੇ ਜਾਣਾ ਚਾਹੁੰਦੇ ਨੇ। ਤੇ ਮੈਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕੀ ਸਾਨੂੰ ਆਸ਼ੀਰਵਾਦ ਵੀ ਦੇਣਗੇ, ਮੌਕਾ ਵੀ ਦੇਣਗੇ। ਤੇ ਉਧਰ ਅੰਮ੍ਰਿਤਸਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸ਼ਹੀਦ ਕਿਸਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ
ਪਰਿਵਾਰ ਦੀ ਸਹਾਇਤਾ ਦੇ ਲਈ ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਿੰਡ ਭੋਮਾ ਦੇ ਨਾਲ ਸੰਬੰਧ ਰੱਖਣ ਵਾਲੇ ਕਿਸਾਨ ਤਰਸੇਮ ਸਿੰਘ ਦਾ ਧਰਨੇ ਤੋਂ ਵਾਪਸ ਮੁੜਨ ਸਮੇਂ ਉਹਨਾਂ ਦੀ ਤਬੀਅਤ ਵਿਗੜ ਗਈ ਸੀ ਅਤੇ ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਉਹ ਲਗਾਤਾਰ 2 ਮਹੀਨੇ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਸਨ ਅਤੇ ਸਿੰਘੂ ਬਾਰਡਰ ਤੇ ਡਟੇ ਹੋਏ ਸਨ ਅਤੇ ਇਸੇ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੀੜਿਤ ਪਰਿਵਾਰ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਨੂੰ ਉਹਨਾਂ ਦਾ ਸਮਰਥਨ ਹਮੇਸ਼ਾ ਜਾਰੀ ਰਹੇਗਾ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਬਾਲ ਸਾਹਿਬ ਵੱਲੋਂ ਤਰਸੇਮ ਸਿੰਘ ਜੀ ਜਿਹੜੇ ਖਾਲਸਾ ਜੀ ਨੇ ਜਿਹੜਾ ਨੇ ਬੜੀ ਵੱਡੀ ਕੁਰਬਾਨੀ ਸ਼ਹਾਦਤ ਇਸ ਕਿਸਾਨੀ ਸੰਘਰਸ਼ ਲਈ ਦਿੱਤੀ ਆ, ਉਹਨਾਂ ਦੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਉੱਥੇ ਮੈਂ ਸਮਝਦਾ ਕਿ ਸਾਡੇ ਸਾਰਿਆਂ ਵਾਸਤੇ ਉਹਨਾਂ ਦੀ ਸ਼ਹਾਦਤ ਇੱਕ ਬਹੁਤ ਵੱਡਾ ਰਸਤਾ ਵੀ ਸਾਨੂੰ ਇੱਕ ਦਿਖਾ ਰਹੀ ਹੈ। ਦੇਖੋ ਇਹ ਘਰ 'ਚ ਤੁਸੀਂ ਆਏ ਹੋ, ਸੌਖਾ ਪਰਿਵਾਰ ਰੱਬ ਦਾ ਦਿੱਤਾ, ਇਸ ਪਰਿਵਾਰ ਕੋਲ ਸਭ ਕੁਝ ਹੈ, ਮਗਰ ਇਹ ਜਜ਼ਬਾਤ ਸਨ। ਨਹੀਂ ਤਾਂ ਸੌਖਾ ਬੰਦੇ ਨੂੰ ਸੰਘਰਸ਼ ਦੀ ਲੋੜ ਨਹੀਂ। ਆਮ ਤੌਰ ਤੇ ਵੇਖਿਆ ਉਹ ਕਹਿੰਦਾ ਮੈਂ ਕੀ ਲੈਣਾ ਜੀ, ਮੈਨੂੰ 2 ਵਕਤ ਦੀ ਰੋਟੀ ਵਧੀਆ ਮਿਲ ਰਹੀ ਹੈ। ਮਗਰ ਉਹਨਾਂ ਬਜ਼ੁਰਗਾਂ ਦੀ ਹਿੰਮਤ, ਉਹਨਾਂ ਦਾ ਜਜ਼ਬਾ ਕਿਸਾਨੀ ਪ੍ਰਤੀ, ਉਹਨਾਂ ਦਾ ਜਜ਼ਬਾ ਕਿ ਨਹੀਂ ਕੋਈ ਖੇਤ ਮਜ਼ਦੂਰ ਹੈ, ਕੋਈ ਛੋਟਾ ਕਿਸਾਨ ਹੈ, ਕੋਈ ਕਿਸਾਨ ਹੈ ਉਹ ਸਫਰ ਨਾ ਕਰੇ। ਉਹਨਾਂ ਨੇ ਪਹਿਲੇ ਦਿਨ ਤੋਂ ਪਹਿਲਾਂ ਇੱਥੇ ਸੰਘਰਸ਼ 'ਚ ਯੋਗਦਾਨ ਪਾਇਆ ਔਰ ਜਿਸ ਦਿਨ ਦੇ ਦਿੱਲੀ ਗਏ ਆ, ਭਾਵੇਂ ਦਿੱਲੀ ਜਿਸ ਦਿਨ ਜਾ ਰਹੇ ਸੀ ਉਹ ਦਿਨ ਪਤਾ ਨਹੀਂ ਸੀ ਕਿ ਕੀ ਹਾਲਾਤ ਬਣਨਗੇ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਭੋਮਾ ਨਗਰ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦਾ, ਇੱਥੋਂ ਆਪ ਦਾ ਸਾਰੇ ਸੱਜਣਾ ਮਿੱਤਰਾਂ ਦੇ ਨਾਲ ਟਰੈਕਟਰ ਲੈ ਕੇ ਦਿੱਲੀ ਤੱਕ ਜਾਣਾ 500 ਤੋਂ ਵੱਧ ਕਿਲੋਮੀਟਰ ਦਾ ਸਫ਼ਰ ਹੈ। ਉਹ ਸੋਚ ਵੇਖੋ ਦੀ ਉਮਰ, ਜਜ਼ਬਾ ਵੇਖੋ ਕਿ ਇਹ ਕਾਲੇ ਕਾਨੂੰਨ ਸੈਂਟਰ ਦੇ ਵਾਪਸ ਹੋਣੇ ਚਾਹੀਦੇ ਔਰ ਉੱਥੇ ਹੀ ਰਹੇ। ਬਿਮਾਰ ਹੋਣ ਤੇ ਮੁੜਿਆ, ਨਹੀਂ ਤਾਂ ਮੁੜਨਾ ਨਹੀਂ ਸੀ। ਔਰ ਜਦੋਂ ਮੁੜਿਆ, ਇਹ ਉਹਨਾਂ ਦਾ ਕਾਕਾ, ਇਹ ਉਹਨਾਂ ਦੇ ਘਰੋਂ ਨੇ, ਮਾਤਾ ਜੀ ਨੇ ਉਹ ਦੱਸਦੇ ਆ ਕਿ ਜਦੋਂ ਮੁੜੇ ਵੀ ਉੱਥੋਂ ਫੋਨ ਆਉਂਦੇ ਸੀ ਕਿ ਕਦੋਂ ਆ ਰਹੇ ਹੋ, ਕਹਿੰਦੇ ਮੈਂ ਬਸ ਠੀਕ ਹੋ ਜਾ, ਮੈਂ ਵਾਪਸ ਆ ਰਿਹਾ। ਇਸ ਤਰੀਕੇ ਦਾ ਜੋ ਹਿੰਮਤ, ਜੋ ਜਜ਼ਬਾ ਸਾਡੇ ਸਤਿਕਾਰਯੋਗ ਬਜ਼ੁਰਗਾਂ ਨੇ, ਸ਼ਹਾਦਤ ਦੇਣ ਵਾਲੇ ਨੌਜਵਾਨਾਂ ਨੇ, ਬਜ਼ੁਰਗਾਂ ਨੇ, ਮਾਵਾਂ ਨੇ ਜੋ ਰਸਤਾ ਵਿਖਾਇਆ ਹੈ, ਮੈਂ ਸਮਝਦਾ ਕਿ ਸੰਘਰਸ਼ ਦੀ ਗੁਰੂ ਦੀ ਬਖਸ਼ਿਸ਼ ਨਾਲ ਜਿੱਤ ਜ਼ਰੂਰ ਹੋਊਗੀ। ਮਗਰ ਅਫਸੋਸ ਦੀ ਗੱਲ ਇਹ ਹੈ ਕਿ ਸੈਂਟਰ ਸਰਕਾਰ ਦਾ, ਮੋਦੀ ਦਾ ਤੇ ਉਹਨਾਂ ਦੀ ਭਾਜਪਾ ਦਾ ਜੋ ਰਵੱਈਆ ਹੈ, ਉਹ ਸਖਤ ਤੋਂ ਸਖਤ ਲਫ਼ਜ਼ਾਂ 'ਚ ਵੀ ਜੇ ਉਹਦੀ ਨਿੰਦਾ ਕਰਦੀ ਹੈ ਤਾਂ ਵੀ ਘੱਟ ਹੈ। 200-250 ਤੁਹਾਡਾ ਆਪਣਾ ਜੀ ਮਰ ਗਿਆ, ਔਰ ਮਰਿਆ ਕੌਣ ਹੈ? ਜਿਹੜੇ ਆਪ ਜੈ ਜਵਾਨ ਜੈ ਕਿਸਾਨ ਦਾ ਤੁਸੀਂ ਸਟੇਜਾਂ ਤੇ ਨਾਰਾ ਤਾਂ ਲਾ ਦਿੰਦੇ ਹੋ, ਮਗਰ ਜੈ ਜਵਾਨ ਕਹਿ ਦਿੰਦੇ ਹੋ, ਮਗਰ ਉਹ ਜੈ ਕਿਸਾਨ ਕਹਿ ਦਿੰਦੇ ਹੋ। ਉਸ ਕਿਸਾਨ ਦਾ ਸਤਿਕਾਰ ਕੀ? ਅੱਜ ਜਿੰਨੇ ਵੀ ਉੱਥੇ ਬੈਠੇ ਦਿੱਲੀ 'ਚ, ਉਹਨਾਂ ਦੇ ਬੱਚੇ ਦੇਸ਼ ਦੀ ਸਰਹੱਦਾਂ ਤੇ ਦੇਸ਼ ਦੀ ਰਖਵਾਲੀ ਲਈ ਬੈਠੇ, ਕੀ ਉਹਨਾਂ ਦੇ ਦਿਲ ਤੇ ਬੀਤ ਰਹੀ ਹੋਣੀ ਕਿ ਸਾਡੇ ਬਜ਼ੁਰਗਾਂ ਦਾ, ਸਾਡੇ ਮਾਪਿਆਂ ਦਾ ਕਿਹੋ ਜਿਹਾ ਸਤਿਕਾਰ ਸਰਕਾਰ ਕਰ ਰਹੀ ਹੈ। ਕੱਲ ਵੀ ਚਲੋ ਤੋਮਰ ਸਾਹਿਬ ਦੇ ਆਪ ਦੇ ਵਿਚਾਰ ਨੇ ਜੀ, ਇਹ ਭੀੜਾਂ ਨਹੀਂ ਆ, ਇਹ ਜਜ਼ਬਾਤ ਨੇ। ਇਹ ਕਿਸਾਨੀ ਦਾ ਜਜ਼ਬਾਤਾਂ ਦੇ ਨਾਲ ਇਹ ਸਰਕਾਰ ਖੇਡ ਰਹੀ ਆ ਔਰ ਇਹ ਬਹੁਤ ਮਹਿੰਗਾ ਪੈਣਾ। ਬਿਲਕੁਲ ਜੀ, ਮੈਂ ਤਾਂ ਆਪ ਕਹਿ ਰਿਹਾ ਇਹ ਭੀੜ ਨਹੀਂ ਆ, ਇਹ ਕਿਸਾਨੀ ਸੰਘਰਸ਼ ਦੇਸ਼ ਦੇ ਅੰਨਦਾਤਾ ਦਾ ਜਜ਼ਬਾਤ ਨੇ ਔਰ ਉਹਨਾਂ ਜਜ਼ਬਾਤਾਂ ਦਾ ਇਸ ਤਰੀਕੇ ਨਾਲ ਮਜ਼ਾਕ ਉਡਾਇਆ ਜਾ ਰਿਹਾ ਜਾਂ ਇੱਕ ਇੱਕ ਸ਼ਹਾਦਤ ਦਾ ਮੈਂ ਸਮਝਦਾ ਇਹ ਮਜ਼ਾਕ ਉਡਾਇਆ ਜਾ ਰਿਹਾ। ਸਰਕਾਰਾਂ ਉਡਾ ਸਕਦੀਆਂ ਨੇ, ਸਰਕਾਰਾਂ 'ਚ ਹੰਕਾਰ ਹੋ ਸਕਦਾ, ਮਗਰ ਉਹ ਸੱਚਾ ਪਾਤਸ਼ਾਹ ਮੁੱਲ ਪਾਊ। ਫਿਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਪਾ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਭਲਕੇ ਤੋਂ ਸ਼ੁਰੂ ਹੋਵੇਗਾ ਪੰਜਾਬ ਦਾ ਬਜਟ ਸੈਸ਼ਨ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ। ਗਾਇਕ ਸਰਦੂਲ ਸਿਕੰਦਰ ਸਣੇ ਜਾਨ ਗਵਾ ਚੁੱਕੇ ਕਿਸਾਨਾਂ ਦੇ ਲਈ ਰੱਖਿਆ ਜਾਵੇਗਾ ਮੌਨ। 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ 2021 ਤੇ 22 ਦਾ ਬਜਟ। ਫਲੋਰ ਦੇ ਪਿੰਡ ਨੰਗਲ ਦੇ ਵਿੱਚ 2 ਵਿਰੋਧੀ ਧਿਰਾਂ ਵਿੱਚ ਹੋਈ ਜੰਮ ਕੇ ਝੜਪ। ਸਰਪੰਚ ਦੀ ਕੀਤੀ ਗਈ ਕੁੱਟਮਾਰ। ਕਾਰਵਾਈ ਦੀ ਮੰਗ ਨੂੰ ਲੈ ਕੇ ਸਰਪੰਚ ਨੇ ਪਰਿਵਾਰ ਸਣੇ
ਸੜਕ ਤੇ ਲਗਾਇਆ ਧਰਨਾ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਕਰਵਾਇਆ ਸ਼ਾਂਤ। ਪਰਚਾ ਕੀਤਾ ਗਿਆ ਦਰਜ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ। ਸਿੰਘੂ ਬਾਰਡਰ ਤੇ ਬੈਠਕ ਕਰਕੇ ਬਣਾਉਣਗੇ ਅਗਲੀ ਰਣਨੀਤੀ। ਅੰਦੋਲਨ ਦੀ ਰੂਪਰੇਖਾ ਕੀਤੀ ਜਾਵੇਗੀ ਤੈਅ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਦੇ ਨਾਲ ਕਰਨਗੇ ਮਨ ਕੀ ਬਾਤ। ਕੋਰੋਨਾ ਵਾਇਰਸ ਨੂੰ ਲੈ ਕੇ ਕਰ ਸਕਦੇ ਨੇ ਕਈ ਅਹਿਮ ਐਲਾਨ। ਕਿਸਾਨੀ ਅੰਦੋਲਨ ਤੇ ਵੀ ਕਰ ਸਕਦੇ ਨੇ ਸੰਬੋਧਨ। 11 ਵਜੇ ਰੇਡੀਓ ਦੇ ਜ਼ਰੀਏ ਹੋਣਗੇ ਦੇਸ਼ ਵਾਸੀਆਂ ਦੇ ਰੂਬਰੂ। ਸ਼ਹੀਦ ਸੂਬੇਦਾਰ ਪਰਵਿੰਦਰ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਮ ਵਿਦਾਇਗੀ। ਰਾਜ ਸਨਮਾਨਾਂ ਦੇ ਨਾਲ ਜਗਰਾਉਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ। ਲੱਦਾਖ ਦੇ ਵਿੱਚ ਡਿਊਟੀ ਦੇ ਦੌਰਾਨ ਸ਼ਹੀਦ ਹੋਇਆ ਸੀ ਪਰਵਿੰਦਰ ਸਿੰਘ। ਮੁੱਖ ਮੰਤਰੀ ਨੇ ਪੀੜਿਤ ਪਰਿਵਾਰ ਦੇ ਨਾਲ ਦੁੱਖ ਕੀਤਾ ਸਾਂਝਾ। 50 ਲੱਖ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਾ ਵਾਅਦਾ। ਤੇ ਜੇਕਰ ਤੁਸੀਂ ਕੋਈ ਸੁਝਾਅ ਜਾਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਬੁਲੇਟਿਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।